ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੁ ਬਿਖਮ ਨਦੀ ਜਾਏ ਤਰਣੀ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। 12 ਮਹਾ ਮਾਂਝ ਮਹੱਲਾ ਪੰਜਵਾ। ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲਹੁ ਰਾਮ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਅਰ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਰਬੱਤ ਸੰਗਤਾਂ ਚਾਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਅਨਾਥਾ ਨਾਥ ਸਤਿਗੁਰੂ। ਧੰਨ ਧੰਨ ਸਤਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ। ਤਿਨਾਂ ਦੀ ਪਾਵਨ ਅਰ ਪਵਿੱਤਰ ਗੋਦ ਦੇ ਵਿੱਚ ਸਜ ਕਰਕੇ ਅੰਮ੍ਰਿਤ ਵੇਲੇ ਤੋਂ ਹੀ ਇਹਨਾਂ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ।
तो आओ इस थोड़े समय तो बहुता लाभ प्राप्त करने का यतन करिए। सब तो पहला सतगुरु जी नूं फतेह बुलाइए और फतेह बुला करके यह आशीर्वाद प्राप्त करिए, आशीष प्राप्त करिए कि सतगुरु जी जितना भी समा जियां दे पावन और पवित्र शब्द द्वारा गुरमत दी विचार होवे, एक मन एक चित हो करके हाजरी भर सकीए। इस करके आओ कलगियां वाले, बाजां वाले, ताजां वाले, नीले वाले, अमृत के दाते सतगुरु धन धन सतगुरु श्री गुरु गोबिंद सिंह साहिब सच्चे पातशाह जी महाराज, जिन्हां ने सानू फतेह दी दात बख्शिश कीती है। साध संगत जी आओ ऐसे सतगुरां वल्लों बख्शिश कीती हुई फतेह सतगुरु जी नूं बुलाइए। बड़े ही प्रेम दे नाल, शरदा और भावना दे सहत, अदब सत्कार दे सहत शीश झुका करके सारे ही एक बारी बुलंद आवाज विच गज के आखो जी वाहेगुरु जी का खालसा, वाहेगुरु जी की फतेह जी। सतगुरु जी ने साडे उत्ते महान महान कृपा कीती है, जो आप अपने माया दे खजाने दे विचों किणका मात्र साडी झोली विच भी पाया। गरीबां नूं नवाजण वाले सतगुरां ने इन्हां सत संगत दीआं घड़ियां द्वारा सानू भी नवाजिया। तो आओ आप सरबत संगतां नूं पता ही है, अज ਐਤਵਾਰ ਦੇ ਦਿਹਾੜੇ ਦੇ ਨਾਲ ਨਾਲ ਸੰਕਰਾਂਤ ਦਾ ਵੀ ਦਿਹਾੜਾ ਹੈ। ਅਸਲ ਵਿੱਚ ਸ਼ਬਦ ਹੈ ਸੰਕਰਾਂਤ। ਆਮ ਹੁਣ ਆਪਾਂ ਸੁਭਾਅ ਹੀ ਬਣ ਗਿਆ ਸੰਗਰਾਂਦ, ਇਹ ਕੋਈ ਸ਼ਬਦ ਨਹੀਂ। ਅਸਲ ਵਿੱਚ ਇਹਦਾ ਸ਼ਬਦ ਹੈ ਸੰਕਰਾਂਤ। ਸੰਗ ਤੋਂ ਭਾਵ ਹੈ ਜਿਹੜੀ ਸੱਸੇ ਟਿੱਪੀ ਹੈ ਨਾ, ਸੰਗ, ਇਹਦਾ ਭਾਵ ਹੈ ਭਲੀ ਪ੍ਰਕਾਰ, ਚੰਗੇ ਤਰੀਕੇ ਨਾਲ। ਅਗਲਾ ਸ਼ਬਦ ਹੈ ਕ੍ਰਾਂਤ, ਭਾਵ ਕਿ ਕ੍ਰਾਂਤੀ ਆਉਣੀ, ਤਬਦੀਲੀ ਆਉਣੀ, ਬਦਲਾਵ ਆਉਣਾ। ਅਸਲ ਦੇ ਵਿੱਚ ਸਤ ਸੰਗਤ ਰੂਪੀ ਮਾਨ ਸਰੋਵਰ ਵਿੱਚ ਸੰਕਰਾਂਤ ਦੇ ਦਿਹਾੜੇ ਤੇ ਜੁੜਨ ਦਾ ਮਤਲਬ ਹੈ, ਸੰਕਰਾਂਤ ਪਤਾ ਕਿਉਂ ਆਉਂਦੀ ਹੈ? ਸੂਰਜ ਜਿਹੜਾ ਹੈ ਨਾ, ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ, ਉਹਨੂੰ ਆਪਾਂ ਕਹਿੰਦੇ ਆ ਸੰਕਰਾਂਤ ਦਾ ਦਿਨ। ਭਾਵ ਸੂਰਜ ਦਾ ਬਦਲਾਵ ਹੋਇਆ ਹੈ, ਇੱਕ ਰਾਸ ਤੋਂ ਦੂਸਰੀ ਰਾਸ ਵਿੱਚ ਪ੍ਰਵੇਸ਼ ਕੀਤਾ, ਉਹਦੇ ਵਿੱਚ ਤਬਦੀਲੀ ਆਈ ਹੈ। ਤੇ ਸਾਡੇ ਵਾਸਤੇ ਕੀ ਹੈ ਸੰਕਰਾਂਤ? ਇਸ ਸਤ ਸੰਗਤ ਰੂਪੀ ਮਾਨ ਸਰੋਵਰ ਵਿੱਚ ਆ ਕੇ ਕੀ ਕਰਨਾ ਭਾਈ ਸੰਗਤ ਜੀਓ? ਇੱਥੇ ਆ ਕੇ ਅਸੀਂ ਜਿਹੜੇ ਮਾੜੇ ਕਰਮ ਕੀਤੇ ਨੇ, ਔਗਣ ਜਿਹੜੇ ਨੇ, ਉਹ ਰਾਸ ਦੇ ਵਿੱਚੋਂ ਨਿਕਲ ਕੇ, ਔਗਣਾਂ ਨਾਲ ਭਰੀ ਰਾਸ ਵਿੱਚੋਂ ਨਿਕਲ ਕੇ ਗੁਣਾ ਰੂਪੀ ਰਾਸ ਵਿੱਚ ਪ੍ਰਵੇਸ਼ ਕਰ ਜਾਈਏ, ਤਾਂ ਜੋ ਇੱਥੇ ਸੰਕਰਾਂਤ ਦੇ ਦਿਹਾੜੇ ਨੂੰ ਜੁੜਨ ਦਾ ਮਤਲਬ ਹੀ ਇਹ ਹੈ ਕਿ ਸਾਡੇ ਜੀਵਨ ਵਿੱਚ ਕ੍ਰਾਂਤੀ ਆਵੇ। ਤੇ ਇਹਨੂੰ ਕਹਿੰਦੇ ਨੇ ਸੰਕਰਾਂਤ। ਭਲੀ ਪ੍ਰਕਾਰ, ਚੰਗੇ ਤਰੀਕੇ ਨਾਲ ਸਾਡਾ ਜੀਵਨ ਬਦਲ ਗਿਆ, ਕ੍ਰਾਂਤੀ ਆ ਗਈ। ਇੱਥੋਂ ਪਤਾ ਲੱਗਦਾ ਹੈ ਸੱਚਮੁੱਚ ਹੀ ਸੰਕਰਾਂਤੀ ਆਈ ਹੈ, ਭਾਵ ਸੰਕਰਾਂਤ ਹੈ। ਆਖੋ ਸਤਨਾਮ ਸ਼੍ਰੀ। ਇੱਥੋਂ ਪਤਾ ਲੱਗੇ ਵੀ ਸੱਚਮੁੱਚ ਆਪਾਂ ਸੰਕਰਾਂਤ ਤੇ ਜੁੜੇ ਸੀ। ਤੇ ਕੋਸ਼ਿਸ਼ ਕਰਿਆ ਕਰੋ ਸੰਗਰਾਂਦ ਨਹੀਂ, ਸੰਕਰਾਂਤ, ਭਾਵ ਬਦਲਾਵ ਆਉਣਾ, ਚੰਗੇ ਤਰੀਕੇ ਨਾਲ ਤਬਦੀਲੀ ਆਵੇ, ਸਾਡਾ ਜੀਵਨ ਬਦਲੇ। ਇੱਕ ਹੋਰ ਅੱਜ ਬੜਾ ਹੀ ਵੱਡਾ ਦਿਹਾੜਾ ਹੈ ਜਿਹਨੂੰ ਆਪਾਂ ਸਿੱਖਾਂ ਦਾ ਨਵਾਂ ਸਾਲ ਕਹਿੰਦੇ ਆ। ਅੱਜ ਸਿੱਖਾਂ ਦਾ ਨਵਾਂ ਸਾਲ ਹੈ। ਬਹੁਤਾਤ ਸੰਗਤ ਨੂੰ ਪਤਾ ਨਹੀਂ ਇਸ ਗੱਲ ਦਾ, ਪਤਾ ਹੀ ਨਹੀਂ, ਆਪਣੇ ਇਤਿਹਾਸ ਤੋਂ ਆਪਾਂ ਜਾਣੋ ਹੀ ਨਹੀਂ। ਕਿਉਂਕਿ ਗੁਰੂ ਸਾਹਿਬ ਜੀ ਵੇਲੇ ਹਿਜਰੀ ਸੰਮਤ ਵੀ ਚੱਲਦਾ ਸੀ, ਈਸਵੀ ਸੰਮਤ ਵੀ, ਜਿਹਨੂੰ ਆਪਾਂ ਮੰਨੀ ਬੈਠੇ ਆ। ਆਪਾਂ ਈਸਵੀ ਦੇ ਹਿਸਾਬ ਨਾਲ ਚੱਲਦੇ ਆ, ਜਿਹੜਾ ਈਸਾ ਮਸੀਹ ਤੋਂ ਚੱਲਿਆ। ਹਿਜਰੀ ਸੰਮਤ ਵੀ ਚੱਲਦਾ ਹੈ।
तो इस प्रकार पर सानू जिहड़ा सतगुरां ने संमत दिता है ना, वो है बिक्रमी संमत। क्योंकि इतिहास पढ़ के वेखो, जितने भी पुरातन श्री हुक्मनामा साहिब महाराज दिंदे रहे ने ना, सारे ही बिक्रमी संमत विच हुंदे सी। इस करके अज बिक्रमी संमत दा साडे सिखां लई चेता दे महीने दा आगाज़ होया है। संक्रांत दा दिहाड़ा है, पहली चेत है, संक्रांत है। इस करके अज साडा नवां साल भी है। आप संगतां नूं सवास सवास रोम रोम करके नवें साल दियां भी बधाइयां होवन। महाराज कृपा करन, आगे समझ चलो नंद लाला, पाछे जो बीती सो बीती। पिछे जिहड़ा समा लंघ गया महाराज कृपा करो, अगाह वास्ते सानू सेवा ते सिमरन दी दात बख्शिश करो। अपने चरणा कमलों नाल सानू जोड़ करके रखो। ये आपां अरदास करनी है। तां ही संक्रांत मनाउण दा फायदा है। संक्रांत मना के तब्दीली आवे, बदलाव आवे, फिर ही सफल होवेगा। पर बड़ी अफसोस की गल है, जिहदे नाल साडा संबंध कोई नहीं, लेना देना कुछ नहीं। वेखो अंग्रेज़ां दे काम किहो जिहे ने। 25 तरीक नूं ईसा जी का जन्मदिन मनाउंदे ने ते 1 तरीक नूं आखे जी नवां साल है। वो साडा थोड़ी है, जिन्हां दा है वो मनाउण मुबारक है। पर साडे बहुते सिख की करते हैं, आपस में एक दूजे नूं संदेश भेजने जी अज नवां साल है। पर काहदा नवां साल है वेख तां लो। ईसा जी का जन्मदिन 25 नूं लंघदा है, 1 तरीक नूं आखे जी नवां साल है। किन्ने दिन विच पै गए। नाले वो ईसा मसीह दा है, साडा ते अज नवां साल है। जां फिर जो आपां इतिहास के द्वारा जदों तो धन गुरु नानक देव साहिब जी आए ने ना, ਉਹਨੂੰ ਆਪਾਂ ਨਾਨਕਸ਼ਾਹੀ ਸੰਮਤ ਵੀ ਮੰਨਦੇ ਹਾਂ। ਅੱਜ 553ਵੀਂ ਜਿਹੜੀ ਸੰਮਤ ਹੈ ਉਹ ਵੀ ਆਰੰਭ ਹੋਈ ਹੈ ਨਵੇਂ ਵਰੇ ਦੀ। 552 ਤੱਕ ਕੱਲ ਸਮਾਂ ਲੰਘ ਗਿਆ, ਅੱਜ 553 ਨਾਨਕਸ਼ਾਹੀ 553 ਸੰਮਤ ਅੱਜ ਜੋ ਹੈ ਉਹ ਚੱਲ ਰਹੀ ਹੈ। ਇਸ ਕਰਕੇ ਯਾਦ ਰੱਖਣਾ ਹੈ, ਅੱਜ ਮਨਾਓ ਨਵਾਂ ਸਾਲ। ਬਹੁਤਾਤ ਭਰੋਸਾ ਇਸ ਗੱਲ ਤੇ ਹੁੰਦਾ ਸਾਡੀ ਕੌਮ ਵੇਖੋ ਕਿੱਧਰ ਨੂੰ ਜਾ ਰਹੀ। 22 ਤਰੀਕ 22 ਦਸੰਬਰ ਸਭ ਨਾਲੋਂ ਸਾਲ ਦਾ ਵੱਡਾ ਦਿਨ ਮੰਨਿਆ ਜਾਂਦਾ ਹੈ। ਉਸ ਦਿਨ ਸ਼ਹਾਦਤਾਂ ਵੀ ਦੁਨੀਆ ਤੇ ਐਸਾ ਇਤਿਹਾਸ ਸਾਡੇ ਪਿਤਾ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਰਚਿਆ ਸੀ। ਸ਼੍ਰੀ ਚਮਕੌਰ ਸਾਹਿਬ ਦਾ ਜੰਗ ਹੋਇਆ ਹੈ, ਗਹਿ ਗੱਜ ਜੰਗ ਹੋਇਆ। ਉਸ ਜੰਗ ਵਿੱਚ ਸਾਡੇ ਵੱਡੇ ਭਰਾ ਸਾਹਿਬਜ਼ਾਦੇ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਜੀ, ਸਾਹਿਬਜ਼ਾਦਾ ਬਾਬਾ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ, ਇਹ 2 ਵੱਡੇ ਸਾਹਿਬਜ਼ਾਦੇ ਨਾਲ ਬੇਅੰਤ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ। ਪਰ ਅਫਸੋਸ ਇਸ ਗੱਲ ਦਾ ਹੈ, ਸਾਲ ਦਾ ਸਭ ਤੋਂ ਵੱਡਾ ਦਿਨ ਹੈ, ਉਦਣ ਗੁਰੂ ਘਰਾਂ ਵਿੱਚ ਗਿਣਤੀ ਬਹੁਤ ਘੱਟ ਹੁੰਦੀ ਹੈ। ਜਿਸ ਦਿਨ ਨਾਲ ਸਾਡਾ ਸੰਬੰਧ ਕੋਈ ਨਹੀਂ, 1 ਜਨਵਰੀ ਆਖੇ ਜੀ ਨਵਾਂ ਸਾਲ ਹੈ, ਗੁਰਦੁਆਰੇ ਭਰੇ ਹੀ ਹੁੰਦੇ ਨੇ। ਵੇਖੋ ਤੁਸੀਂ, ਸਾਡੇ ਇਤਿਹਾਸ ਵਾਲੇ ਦਿਨ ਗੁਰਦੁਆਰਾ ਖਾਲੀ, ਜਿੱਦਣ ਸੰਬੰਧ ਕੋਈ ਨਹੀਂ, ਆਪਣੇ ਮਤਲਬ ਨੂੰ, ਆਪਣੀ ਮਤਲਬ ਪ੍ਰਸਤੀ ਵਾਸਤੇ ਕਿ ਸਾਡਾ ਸਾਲ ਚੰਗਾ ਲੰਘੇ, ਸਾਨੂੰ ਇਤਿਹਾਸ ਨਾਲ ਕੋਈ ਮਤਲਬ ਨਹੀਂ। ਉਦਣ ਆਪਾਂ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਆ। ਇਕੱਠੇ ਹੋਣਾ ਮਾੜੀ ਗੱਲ ਨਹੀਂ, ਕਹਿਣ ਤੋਂ ਭਾਵ ਹੈ 22 ਤਰੀਕ ਨੂੰ ਜਿੱਥੇ ਐਡਾ ਵੱਡਾ ਜੰਗ ਹੋਇਆ ਉਹ ਭੁੱਲ ਕੇ ਤੇ ਹੋਰ ਹੀ ਤਿਉਹਾਰ ਮਨਾਉਣੇ, ਇਹ ਕੋਈ ਸਾਡੇ ਵਾਸਤੇ ਚੰਗੀ ਗੱਲ ਨਹੀਂ। ਇਸ ਕਰਕੇ ਅੱਜ ਦੇ ਦਿਨ ਬਹੁਤ ਖੁਸ਼ਾ ਵੀ ਹੈ। ਅੱਜ ਵੀ ਬੇਅੰਤ ਸੰਗਤ ਜੁੜ ਰਹੀ ਹੈ। ਬਹੁਤਾਤ ਸਾਨੂੰ ਇੰਟਰਨੈਟ ਦੇ ਮਾਧਿਅਮ ਰਾਹੀਂ ਪਤਾ ਲੱਗਣ ਲੱਗ ਗਿਆ ਕਿ ਅੱਜ ਸਿੱਖਾਂ ਦਾ ਨਵਾਂ ਸਾਲ ਹੈ। ਇਸ ਕਰਕੇ ਆਓ ਹੁਣ ਉਸ ਨਵੇਂ ਸਾਲ ਦੇ, ਜਿਵੇਂ ਹੁਣ ਮਹਾਰਾਜ ਨੇ ਸਾਨੂੰ ਸੰਕਰਾਂਤ ਦੁਆਰਾ ਜਿਹੜੇ ਉਪਦੇਸ਼ ਬਖਸ਼ਿਸ਼ ਕੀਤੇ ਨੇ, ਉਸ ਦੇ ਨਾਲ ਜੁੜ ਕਰਕੇ ਆਪਾਂ ਜੀਵਨ ਸਫਾ ਕਰੀਏ। ਸਮਾਂ ਆਪਣੇ ਕੋਲ ਭਾਵੇਂ ਸੂਖਸ਼ਮ ਹੈ, ਪਰ ਫਿਰ ਵੀ ਆਪਾਂ ਯਤਨ ਕਰਨਾ ਇਸ ਥੋੜ੍ਹੇ ਸਮੇਂ ਤੋਂ ਬਹੁਤਾ ਲਾਭ ਪ੍ਰਾਪਤ ਕਰਨ ਦਾ ਯਤਨ ਕਰੀਏ। ਅੱਜ ਆਪਾਂ ਜੋ ਸਾਨੂੰ 12 ਮਹਾ ਬਾਣੀ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਨਾ, ਉਸ ਸ਼ਬਦ ਦੀ ਆਪਾਂ ਵਿਚਾਰ ਕਰਾਂਗੇ। ਇਹ ਕੁੱਲ ਸ਼ਬਦ 14 ਨੇ, ਉੱਦਾਂ 12 ਮਾਹ ਹੈ, 12 ਮਹੀਨੇ ਨੇ ਨਾ। ਇਸ 12 ਮਹੀਨਿਆਂ ਦੀ ਜਿਹੜੀ ਮਹਾਰਾਜ ਨੇ ਸਾਨੂੰ ਬਾਣੀ ਦਿੱਤੀ ਹੈ ਨਾ, 12 ਮਾਹ,
ਉਹਦੇ ਵਿੱਚ 14 ਸ਼ਬਦ ਨੇ, ਕੁੱਲ ਸ਼ਬਦ 14 ਹੈ ਗਿਣਤੀ। ਕਿਉਂਕਿ ਪਹਿਲਾ ਸ਼ਬਦ ਜਿਹੜਾ ਹੈ ਉਹ ਵੀ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾਚਰਨ ਹੈ, ਤੇ ਅੰਤਲੇ ਸ਼ਬਦ ਵਿੱਚ ਸਾਨੂੰ ਮਹਾਰਾਜ ਨੇ ਨਾਮ ਜਪਣ ਦੀ ਪ੍ਰੇਰਨਾ ਦਿੱਤੀ। ਇਸ ਕਰਕੇ ਇਹ ਦੋ ਸ਼ਬਦ ਅੱਡ ਰੱਖੇ ਨੇ ਮਹਾਰਾਜ ਨੇ, ਭੀਕ ਰੱਖੇ ਨੇ, ਤੇ ਨਾਲ ਫਿਰ 12 ਮਹੀਨਿਆਂ ਦੁਆਰਾ ਜਿਹੜੇ 12 ਸ਼ਬਦ ਨੇ ਉਹ ਮਹਾਰਾਜ ਨੇ ਮਹੀਨਿਆਂ ਦੇ ਨਾਲ ਨਾਲ ਸਾਨੂੰ ਉਪਦੇਸ਼ ਦੇਣਾ ਕੀਤਾ। ਤੋ ਇਹ 12 ਮਹਾਬਾਣੀ ਪਹਿਲਾਂ ਤਾਂ ਸਾਨੂੰ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ 12 ਮਹਾ ਤੁਖਾਰੀ ਬਖਸ਼ਿਸ਼ ਕੀਤੀ। ਤੁਖਾਰੀ ਰਾਗ ਤਿਸ ਦੇ ਵਿੱਚ 12 ਮਹਾਬਾਣੀ ਸਾਨੂੰ ਬਖਸ਼ਿਸ਼ ਕੀਤੀ ਮਹਾਰਾਜ ਨੇ। ਅਸਲ ਵਿੱਚ ਜਿਹੜੀ ਤੁਖਾਰੀ ਰਾਗ ਦੀ 12 ਮਹਾਬਾਣੀ ਹੈ ਨਾ, ਉਹ ਬਹੁਤ ਕਠਿਨ ਹੈ, ਮਹਿੰਗੀ ਬਾਣੀ ਹੈ, ਸਮਝਣ ਵਿੱਚ ਦਿੱਕਤ ਆਉਂਦੀ ਹੈ। ਆਮ ਜਿਹੜੇ ਸਿੱਖ ਸੰਗਤਾਂ ਸ਼ਰਧਾਲੂ ਸਮਝਣਾ ਚਾਹੁੰਦੇ ਨੇ ਗੁਰਬਾਣੀ ਨੂੰ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਮਹਿੰਗੀ ਬਾਣੀ ਹੈ, ਪੜ੍ਹਨ ਵਿੱਚ ਥੋੜ੍ਹਾ ਔਖਾ ਹੋ ਜਾਂਦਾ ਸਮਝਣ ਵਿੱਚ। ਇਸ ਕਰਕੇ ਹੁਣ ਇਸ ਬਾਣੀ ਨੂੰ 5ਵੇਂ ਜਾਮੇ ਵਿੱਚ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੁਬਾਰਾ ਰਚਿਆ, ਸਰਲ ਢੰਗ ਦੇ ਨਾਲ, ਸੁਖੈਨ ਢੰਗ ਦੇ ਨਾਲ, ਸੌਖੇ ਢੰਗ ਦੇ ਨਾਲ। ਉਹ ਤੁਖਾਰੀ ਰਾਗ ਦੀ 12 ਮਹਾਬਾਣੀ ਹੈ। ਇੱਥੇ ਮਹਾਰਾਜ ਨੇ ਮਾਂਝ ਰਾਗ ਵਿੱਚ 12 ਮਹਾ ਦੁਬਾਰਾ ਉਚਾਰਨ ਕੀਤੀ, ਮਾਂਝ ਰਾਗ ਵਿੱਚ। ਹੁਣ ਇਹ ਬਾਣੀ ਕਿਉਂ ਉਚਾਰਨ ਕੀਤੀ, ਇਹਦਾ ਕਾਰਨ ਕੀ ਸੀ, ਤੇ ਕਿਸ ਥਾਂ ਤੇ ਉਚਾਰਨ ਕੀਤੀ, ਬਹੁਤਾਤ ਸਾਨੂੰ ਪਤਾ ਨਹੀਂ। ਦਰਸ਼ਨ ਬੜੀ ਵਾਰੀ ਕਰ ਚੁੱਕੇ ਹਾਂ, ਪਰ ਉਸ ਥਾਂ ਦਾ ਪਤਾ ਨਹੀਂ, ਉਸ ਜਗ੍ਹਾ ਦਾ ਨਹੀਂ ਪਤਾ, ਔਰ ਕਿਉਂ ਕੀਤੀ, ਕਾਹਦੇ ਵਾਸਤੇ ਕੀਤੀ, ਇਹ ਸਮਝਿਓ ਜਰਾ। ਕਿਉਂਕਿ ਨਾ ਹੁਣ ਆਪਣਾ ਆਮ ਹੀ ਸੁਭਾਅ ਹੈ ਕਿ ਸੰਕਰਾਂਤ ਤੇ ਗੁਰਦੁਆਰੇ ਜਾਣਾ ਹੀ ਜਾਣਾ ਹੈ। ਬਹੁਤੀ ਵੱਡੀ ਗਿਣਤੀ ਵਿੱਚ ਆਪਾਂ ਇਕੱਤਰ ਹੁੰਨੇ ਆ ਕਿ ਮਹੀਨੇ ਦਾ ਫਲਾਦੇਸ਼ ਸੁਣੀਏ, ਸਾਡਾ ਮਹੀਨਾ ਚੰਗਾ ਲੰਘੇਗਾ। ਪਰ ਜੇ ਤੁਸੀਂ ਸੋਚ ਕੇ ਵੇਖੋ, ਜੇ ਇੱਕ ਦਿਨ ਜਾਣ ਨਾਲ ਸਾਰਾ ਮਹੀਨਾ ਚੰਗਾ ਲੰਘਦਾ ਹੈ, ਤੇ ਜੇ ਰੋਜ਼ ਆਵਾਂਗੇ ਤੇ ਫਿਰ ਸਾਰਾ ਸਾਲ ਹੀ ਚੰਗਾ ਲੰਘੇਗਾ, ਸਾਰੀ ਜ਼ਿੰਦਗੀ ਚੰਗੀ ਲੰਘੇਗੀ। ਪਰ ਆਪਾਂ ਸੁਭਾਅ ਹੀ ਬਣਾ ਲਿਆ ਕਿ ਭਾਈ ਕੰਮਕਾਰ ਬੜੇ ਨੇ, ਅਸੀਂ ਤੇ ਬਹੁਤ ਕਾਮੀ ਆ, ਸਾਨੂੰ ਤੇ ਵੇਲ ਹੀ ਨਹੀਂ, ਕੰਮਕਾਰ ਵੱਡੇ ਕੰਮ ਨੇ ਸਾਡੇ, ਸਾਨੂੰ ਕਿੱਥੇ ਵੇਲ ਆ, ਸੰਕਰਾਂਤ ਤੇ ਹੀ ਜਾਣਾ। ਪਰ ਚਲੋ ਬਹਾਨੇ ਨਾਲ ਹੀ ਸਹੀ, ਪਰ ਜੁੜਨਾ ਜ਼ਰੂਰ ਚਾਹੀਦਾ ਹੈ। ਕੋਸ਼ਿਸ਼ ਕਰਿਆ ਕਰੋ ਹਰ ਰੋਜ਼ ਹੀ ਗੁਰੂ ਘਰ ਆਇਆ ਕਰੋ, ਆਉਣਾ ਵੀ ਚਾਹੀਦਾ ਹੈ, ਇਹ ਨਿਯਮ ਹੈ ਸਾਡਾ। ਤੋ ਇਸ ਪ੍ਰਕਾਰ ਹੁਣ ਇਹ 12 ਮਹਾਬਾਣੀ ਕਦੋਂ ਰਚੀ ਗਈ? ਧੰਨ ਧੰਨ ਸਤਿਗੁਰੂ ਸੋਢੀ ਸੁਲਤਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੇ ਪਾਵਨ ਅਰ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿੱਥੋਂ ਰੋਜ਼ ਸਤਿਗੁਰਾਂ ਜੀ ਦਾ ਪਾਵਨ ਅਰ ਪਵਿੱਤਰ ਉਪਦੇਸ਼ ਜੋ ਮਹਾਰਾਜ ਬਖਸ਼ਦੇ ਨੇ ਨਾ ਸਾਨੂੰ, ਤੇ ਉਸ ਦੀ ਕਥਾ ਆਪਾਂ ਕਿੱਥੇ ਸਰਵਣ ਕਰਦੇ ਹਾਂ? ਆਪ ਸੰਗਤਾਂ ਘਰਾਂ ਵਿੱਚ ਵੀ ਦਰਸ਼ਨ ਕਰਦੇ ਹੋ ਨਾ। ਸ਼੍ਰੀ ਹਰਿਮੰਦਰ ਸਾਹਿਬ ਤੋਂ ਜਿਹੜਾ ਹੁਕਮਨਾਮਾ ਸਾਹਿਬ ਆਉਂਦਾ ਹੈ, ਹਰ ਰੋਜ਼ ਉਹਦੀ ਕਥਾ ਚੱਲਦੀ ਹੈ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਨਿਤਾ ਪ੍ਰਤੀ ਚੱਲਦੀ ਹੈ ਨਾ। ਉਸ ਮੰਜੀ ਹਾਲ ਦੀਵਾਨ ਦੇ ਨਾ ਬਾਰ-ਬਾਰ ਜਦੋਂ ਆਪਾਂ ਦਾਖਲ ਹੁੰਨੇ ਆ ਨਾ ਮੰਜੀ ਸਾਹਿਬ ਨੂੰ, ਸੱਜੇ ਪਾਸੇ ਇੱਕ ਥੜਾ ਸਾਹਿਬ ਬਣਿਆ ਹੈ, ਧਿਆਨ ਦਿਓ। ਹੁਣ ਜਦੋਂ ਜਾਓਗੇ ਨਾ ਦਰਸ਼ਨ ਕਰਿਓ, ਇਹ 12 ਮਹਾਬਾਣੀ ਕਦੋਂ ਉਚਾਰਨ ਕੀਤੀ ਹੈ? ਇਹ ਸੰਕਰਾਂਤ ਤੇ ਸਾਨੂੰ ਜਿਹੜਾ ਉਪਦੇਸ਼ ਸੁਣਾਇਆ ਜਾਂਦਾ, ਕਿੱਥੇ ਉਚਾਰਨ ਹੋਇਆ? ਉਹ ਥਾਂ ਹੈ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਤੋਂ, ਜਿੱਥੋਂ ਰੋਜ਼ ਕਥਾ ਆਪ ਸਰਵਣ ਕਰਦੇ ਹੋ ਨਾ। ਉਸ ਅੰਦਰ ਦਾਖਲ ਹੁੰਦਾ ਸਾਰੀ ਸੱਜੇ ਪਾਸੇ ਥੜਾ ਬਣਿਆ, ਉਸ ਥੜਾ ਸਾਹਿਬ ਦੇ ਉੱਤੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੋਭਾਇਮਾਨ ਹੁੰਦੇ ਸਨ। ਬੇਅੰਤ ਸੰਗਤਾਂ ਜੁੜਦੀਆਂ ਸੀ, ਇਉਂ ਹੀ ਦਰਬਾਰ ਸਜਦਾ ਸੀ, ਇਉਂ ਹੀ ਹਰ ਰੋਜ਼। ਤੇ ਕਹਿੰਦੇ ਬੜੇ ਹੀ ਪ੍ਰੇਮ ਦੇ ਨਾਲ ਕਲਯੁਗੀ, ਜਿਹੜੇ ਅਸੀਂ ਕਲਯੁਗੀ ਜੀਵ ਆ ਨਾ, ਸਾਡੇ ਵਰਗੇ ਕਲਯੁਗੀ ਜੀਵਾਂ ਦਾ ਉੱਥੇ ਭਲਾ ਹੁੰਦਾ ਸੀ। ਮਹਾਰਾਜ ਵੇਖੋ ਕਹਿੰਦੇ ਇਉਂ ਸੋਭਦੇ ਸੀ ਜਿਵੇਂ ਤਾਰਿਆਂ 'ਚ ਚੰਨ ਸੋਭਦਾ ਹੈ, ਇਉਂ ਉੱਥੇ ਸੋਭਾ ਨੂੰ ਪਾਉਂਦੇ ਸੀ। ਤੇ ਬੜੇ ਸਾਡੇ ਵਰਗੇ ਕਲਯੁਗੀ ਅਲਪੱਗ ਜੀਵਾਂ ਦਾ ਮਹਾਰਾਜ ਕਲਿਆਣ ਕਰਦੇ ਸੀ, ਸਰਬੱਗ ਸਤਿਗੁਰੂ ਸਾਡਾ ਭਲਾ ਕਰਦੇ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ।
ਉੱਥੇ ਇਉਂ ਹੀ ਕਹਿੰਦੇ ਇੱਕ ਦਿਨ ਬ੍ਰਾਹਮਣ ਆਇਆ, ਬ੍ਰਾਹਮਣ ਪੰਡਿਤ, ਸੰਸਕ੍ਰਿਤ ਪੜ੍ਹਿਆ ਵਿਦਵਾਨ ਸੀ, ਉਹ ਆਇਆ ਚੱਲ ਕੇ। ਉਹਨੇ ਆ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਨਾਲ ਬੇਨਤੀ ਕੀਤੀ, ਦਾਤਾ ਜੀ ਆਪ ਤਾਂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ, ਆਪ ਤਾਂ ਨਿਆਸਰਿਆਂ ਦੇ ਆਸਰੇ ਹੋ, ਆਪ ਤਾਂ ਨਿਉਆਂ ਦੀ ਓਟ ਹੋ, ਮੇਰੇ ਗਰੀਬ ਤੇ ਕਿਰਪਾ ਕਰੋ। ਮੈਂ ਸੰਸਕ੍ਰਿਤ ਤਾਂ ਪੜ੍ਹ ਲਈ ਹੈ, ਕਥਾ ਆਦਿਕ ਵੀ ਕਰ ਲੈਣਾ, ਪਰ ਮੇਰੇ ਕੋਲੋਂ ਕਥਾ ਕਰਵਾਉਂਦਾ ਹੀ ਨਹੀਂ ਕੋਈ, ਕੋਈ ਵੀ ਮੇਰੇ ਤੋਂ ਉਪਦੇਸ਼ ਸੁਣਦਾ ਹੀ ਨਹੀਂ। ਤੇ ਆਪ ਤੇ ਸਦਾ ਹੀ ਆਪ ਜੀ ਦੇ ਦਰਬਾਰ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਨੇ, ਤੁਹਾਡੇ ਤੇ ਸਦਾ ਹੀ ਇੱਥੇ ਸਿੱਖ ਸੰਗਤਾਂ ਜੁੜਦੀਆਂ ਨੇ, ਤੇ ਜੇ ਆਪ ਜੀ ਦਾ ਹੁਕਮ ਹੋਵੇ ਤੇ ਕੀ ਮੈਂ ਆਪ ਜੀ ਦੀਆਂ ਸਿੱਖ ਸੰਗਤਾਂ ਨੂੰ ਉਪਦੇਸ਼ ਸੁਣਾ ਦਿਆ ਕਰਾਂ, ਜੋ ਆਪ ਜੀ ਦੇ ਦਰ ਘਰ ਦਾ ਉਪਦੇਸ਼ ਹੈ। ਕਿਉਂਕਿ ਆਮ ਸਨਾਤਨ ਮਤ ਅਨੁਸਾਰ ਪੁਰਾਤਨ ਕਾਲ ਵਿੱਚ ਲੋਕ ਇੱਦਾਂ ਹੀ ਕਰਦੇ ਸੀ, ਅੱਜ ਵੀ ਕਰਦੇ ਨੇ ਨਾ। ਅੱਜ ਵੀ ਆਪਾਂ ਸੰਕਰਾਂਤ ਤੇ ਜਾਂਦੇ ਹਾਂ, ਫਲਾਦੇਸ਼ ਸੁਣਦੇ ਹਾਂ ਕਿ ਸਾਡਾ ਭਲਾ ਹੋਵੇ। ਤੇ ਮਹਾਰਾਜ ਨੇ ਆਗਿਆ ਦਿੱਤੀ, ਕਹਿੰਦੇ ਭਾਈ ਆ ਜਾਇਆ ਕਰ। ਉਹ ਕਹਿੰਦਾ ਮੇਰੀ ਵੀ ਉਪਜੀਵਕਾ ਚੱਲ ਜਾਏਗੀ, ਰੋਜੀ ਰੋਟੀ ਵਧੀਆ ਚੱਲ ਜਾਏਗੀ। ਮਹਾਰਾਜ ਕਹਿੰਦੇ ਵੀ ਆ ਜਾਇਆ ਕਰ, ਕੋਈ ਗੱਲ ਨਹੀਂ, ਕਿਉਂਕਿ ਗੁਰੂ ਘਰ ਦਾ ਸੁਭਾਅ ਹੀ ਹੈ, ਆਦ ਕਾਲ ਤੋਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਮਹਾਰਾਜ ਤੇ ਗਲਵਕੜੀ ਪਾ ਲੈਂਦੇ ਨੇ, ਜਿਹੜਾ ਨਿਉ ਕੇ ਆਉਂਦਾ, ਨਿਮਰਤਾ ਵਿੱਚ ਆਉਂਦਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਧਾ। ਇਹ ਆਦ ਕਾਲ ਤੋਂ ਸੁਭਾਅ ਹੀ ਹੈ ਸੱਚੇ ਪਾਤਸ਼ਾਹ ਜੀ ਦਾ। ਕਹਿੰਦੇ ਉਹਨਾਂ ਨੇ, ਮਹਾਰਾਜ ਨੇ ਕਹਿ ਦਿੱਤਾ ਭਾਈ ਆ ਜਾਇਆ ਕਰ। ਆਉਂਦਾ ਹੈ ਤੇ ਸਿੱਖ ਸੰਗਤਾਂ ਨੂੰ ਬੜਾ ਉਪਦੇਸ਼ ਦੇਣਾ ਕਹਿੰਦੇ ਉਹਨੇ। ਪਰ ਸਮਾਂ ਬੀਤਿਆ, ਕੁਝ ਸਮੇਂ 'ਚ ਹੀ ਕਹਿੰਦੇ ਬਹੁਤ ਧਨਾੜ ਬਣ ਗਿਆ ਸੀ, ਬੜਾ ਅਮੀਰ ਹੋ ਗਿਆ, ਚੰਗਾ ਪੈਸਾ ਜੋੜ ਲਿਆ ਕਹਿੰਦੇ। ਕਿਉਂਕਿ ਹੁਣ ਆਪਾਂ ਪੜ੍ਹਦੇ ਹੀ ਆ ਨਾ, ਬਿਨ ਮੰਗੇ ਮੋਤੀ ਮਿਲੇ, ਮੰਗੇ ਮਿਲੇ ਨਾ ਭੀਖ। ਵੀ ਮੰਗਿਆਂ ਤਾਂ ਕੋਈ ਭੀਖ ਨਹੀਂ ਦਿੰਦਾ, ਤੇ ਨਾ ਮੰਗੀਏ ਤੇ ਖਜ਼ਾਨੇ ਭਰੇ ਹੀ ਰਹਿੰਦੇ ਨੇ, ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ। ਕਹਿੰਦੇ ਜਦੋਂ ਆਇਆ ਕਰੇ, ਕਥਾ ਕਰਿਆ ਕਰੇ, ਬੇਅੰਤ ਢੇਰੀ ਲੱਗ ਜਾਣ ਕਰਨ, ਭੰਡਾਰੇ ਭਰ ਗਏ। ਕਹਿੰਦੇ ਦਿਨਾਂ ਵਿੱਚ ਹੀ ਕਿਰਪਾ ਹੋ ਗਈ। ਤੇ ਹੋਇਆ ਕੀ, ਕਹਿੰਦੇ ਹੰਕਾਰੀ ਹੋ ਗਿਆ। ਅੱਜ ਵਾਲਾ ਦਿਨ ਆ ਗਿਆ, ਜਿਹੜਾ ਅੱਜ ਦਿਨ ਹੈ ਨਾ ਚੇਤਰ ਦੀ ਸੰਕਰਾਂਤ ਦਾ, ਅੱਜ ਵਾਲਾ ਦਿਨ ਆਇਆ। ਤੇ ਕਹਿੰਦੇ ਕੀ ਹੋਇਆ, ਉਹ ਨਾ ਬ੍ਰਾਹਮਣ ਆਇਆ ਹੀ ਨਹੀਂ, ਸੰਗਤ ਵਿੱਚ ਆਇਆ ਹੀ ਨਹੀਂ। ਸਿੱਖ ਸੰਗਤਾਂ ਉਡੀਕ ਰਹੀਆਂ ਨੇ, ਸਾਰੀਆਂ ਸਿੱਖ ਸੰਗਤਾਂ ਵੀ ਹੁਣ ਆਵੇਗਾ, ਉਪਦੇਸ਼ ਸੁਣਾਂਗੇ, ਪਰ ਕਹਿੰਦੇ ਨਹੀਂ ਆਇਆ, ਹੰਕਾਰੀ ਹੋ ਗਿਆ। ਮਹਾਰਾਜ ਨੇ ਸਿੱਖਾਂ ਨੂੰ ਭੇਜਿਆ, ਭਾਈ ਜਾਓ ਜਾ ਕੇ ਬੇਨਤੀ ਕਰੋ, ਪੰਡਤ ਆਇਆ ਨਹੀਂ, ਆਇਆ ਨਹੀਂ, ਸੰਗਤਾਂ ਉਡੀਕ ਰਹੀਆਂ ਨੇ, ਉਪਦੇਸ਼ ਸੁਣਨਾ ਹੈ, ਅੱਜ ਸੰਕਰਾਂਤ ਹੈ। ਭੇਜਿਆ ਮਹਾਰਾਜ ਨੇ ਸਿੱਖਾਂ ਨੂੰ, ਜਾ ਕੇ ਬੇਨਤੀ ਕੀਤੀ, ਪੰਡਤ ਜੀ ਆਏ ਨਹੀਂ ਆਪ ਜੀ, ਸਿੱਖ ਸੰਗਤਾਂ ਉਡੀਕ ਰਹੀਆਂ ਨੇ। ਤਾਂ ਕਹਿੰਦੇ ਪੰਡਤ ਨੇ ਅੱਗੋਂ ਕਬੋਲ ਬੋਲੇ, ਕਹਿੰਦਾ ਕਥਾ ਮੇਰੇ ਸੇ ਸੁਣਤੇ ਹੋ ਔਰ ਗੁਰੂ ਗੁਰੂ ਅਰਜਨ ਕੋ ਮਾਨਤੇ ਹੋ। ਇਉਂ ਨੇ ਸ਼ਬਦ ਵਰਤੇ, ਕਹਿੰਦਾ ਕਥਾ ਤੁਸੀਂ ਮੇਰੇ ਤੋਂ ਸੁਣਦੇ ਹੋ ਤੇ ਗੁਰੂ ਗੁਰੂ ਅਰਜਨ ਨੂੰ ਕਹਿੰਦੇ ਹੋ, ਉਹਨਾਂ ਤੋਂ ਹੀ ਸੁਣ ਲਿਆ ਕਰੋ। ਕਹਿੰਦਾ ਮੈਂ ਨਹੀਂ ਆਉਣਾ, ਹੰਕਾਰੀ ਹੋ ਗਿਆ ਨਾ, ਚਾਰ ਛਿੱਲੜ ਜੁੜ ਗਏ, ਆਪਣੇ ਆਪ ਵਿੱਚ ਮਾਣ ਹੋ ਗਿਆ, ਹੰਕਾਰ ਹੋ ਗਿਆ। ਤੋ ਸਾਧ ਸੰਗਤ ਜੀ ਜਦੋਂ ਆ ਕੇ ਸਿੱਖਾਂ ਨੇ ਦੱਸਿਆ ਮਹਾਰਾਜ ਉਹ ਤੇ ਕਬੋਲ ਬੋਲਦਾ, ਤੋ ਫਿਰ ਸੰਗਤਾਂ ਨੇ ਨਾ ਸਤਕਾਰੇ ਯੋਗ ਮਹਾਂਪੁਰਖ, ਜਿਨ੍ਹਾਂ ਨੂੰ ਆਪਾਂ ਪੁੱਤਰਾਂ ਦੇ ਦਾਨੀ ਕਹਿੰਦੇ ਆ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਤਿਨਾਂ ਨੂੰ ਬੇਨਤੀ ਕੀਤੀ। ਕਿਉਂਕਿ ਮਹਾਰਾਜ ਦੇ ਨੇੜਲੇ ਗੁਰਸਿੱਖ ਸਨ, ਸਤਿਕਾਰਯੋਗ ਸਨ, ਹਰ ਸਮੇਂ ਨਾਲ ਹੀ ਰਹਿੰਦੇ ਸੀ। ਉਹਨਾਂ ਨੂੰ ਆਖਿਆ ਕਿ ਬਾਬਾ ਜੀ ਆਪ ਹੀ ਗੁਰੂ ਸਾਹਿਬ ਨੂੰ ਬੇਨਤੀ ਕਰੋ, ਲੋੜ ਕੀ ਹੈ ਇਹਨਾਂ ਬ੍ਰਾਹਮਣਾਂ ਨੂੰ ਸੱਦਣ ਦੀ, ਆਪ ਹੀ ਕਿਰਪਾ ਕਰੋ, ਆਪ ਹੀ ਸਾਨੂੰ ਉਪਦੇਸ਼ ਦਿਓ ਆਪਣੇ ਦਰ ਘਰ ਦਾ, ਲੋੜ ਹੀ ਨਾ ਪਵੇ ਕਿਸੇ ਨੂੰ ਸੱਦਣ ਦੀ। ਫਿਰ ਜਦੋਂ ਬਾਬਾ ਬੁੱਢਾ ਜੀ ਨੇ ਨਿਮਰਤਾ ਵਿੱਚ ਆ ਕੇ ਸੰਗਤਾਂ ਵੱਲੋਂ ਵੀ ਆਪਣੇ ਵੱਲੋਂ ਵੀ ਬੇਨਤੀ ਕੀਤੀ, ਹਜੂਰ ਐ ਤਤੀਆਂ ਤਵੀਆਂ ਦੇ ਮਾਲਕ ਸਤਿਗੁਰੂ, ਨਿਮਰਤਾ ਦੇ ਪੁੰਜ ਸਤਿਗੁਰੂ, ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਕਿਰਪਾ ਕਰੋ, ਰਹਿਮਤ ਕਰੋ, ਬਖਸ਼ਿਸ਼ ਕਰੋ, ਮਿਹਰ ਕਰੋ, ਆਪ ਹੀ ਕਿਰਪਾ ਕਰਕੇ ਸਾਨੂੰ 12 ਮਹੀਨਿਆਂ ਦੁਆਰਾ ਉਪਦੇਸ਼ ਦੇਣਾ ਕਰੋ। ਫਿਰ ਬਾਬਾ ਜੀ ਨੇ ਜਦੋਂ ਬੇਨਤੀ ਕੀਤੀ, ਗੁਰੂ ਸਾਹਿਬ ਨੇ ਆਖਿਆ ਭਾਈ ਤੁਹਾਡੇ ਕੋਲ ਤਾਂ 12ਵਾਂ ਬਾਣੀ ਪਹਿਲਾਂ ਹੀ ਹੈ,
ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਕਿ ਤੁਖਾਰੀ ਰਾਗ ਵਿੱਚ ਮਹਾਰਾਜ ਕਹਿੰਦੇ ਅਸੀਂ ਪਹਿਲੇ ਜਾਮੇ ਵਿੱਚ ਉਚਾਰਨ ਤਾਂ ਕਰ ਦਿੱਤੀ ਹੈ ਤੁਖਾਰੀ ਰਾਗ ਵਿੱਚ। ਫਿਰ ਬਾਬਾ ਬੁੱਢਾ ਜੀ ਨੇ ਆਖਿਆ ਮਹਾਰਾਜ ਉਹ ਬੜੀ ਮਹਿੰਗੀ ਬਾਣੀ ਹੈ, ਸਾਨੂੰ ਸਮਝਣ ਵਿੱਚ ਬੜੀ ਕਠਿਨਾਈ ਆਉਂਦੀ ਹੈ, ਸਿੱਖ ਸੰਗਤਾਂ ਨੂੰ ਬੜਾ ਔਖਾ ਲੱਗਦਾ, ਮਹਿੰਗੀ ਬਾਣੀ ਹੈ। ਤੋ ਆਪ ਕਿਰਪਾ ਕਰੋ ਜੇ ਸਰਲ ਢੰਗ ਦੇ ਨਾਲ ਉਹ ਬਾਣੀ ਤੁਖਾਰੀ ਰਾਗ ਦੀ ਮੂਲ ਰੂਪ ਵਿੱਚ ਹੈ, ਇਹ ਜੇ ਆਪ ਕਿਰਪਾ ਕਰਕੇ ਭਾਵ ਸਮਝਣ ਵਿੱਚ ਸੌਖੀ ਹੋ ਜਾਏ, ਸੁਖੈਨ ਹੋ ਜਾਏ, ਤੇ ਮਹਾਰਾਜ ਆਪ ਜੇ ਇਹ ਕਿਰਪਾ ਕਰ ਦੇਵੋ ਤੇ ਬੜੀ ਆਨੰਦ ਹੀ ਬਰਸ ਜਾਏਗਾ, ਬੜੀਆਂ ਰਹਿਮਤਾਂ ਨੇ ਆਪ ਜੀ ਦੀਆਂ। ਫਿਰ ਮਹਾਰਾਜ ਨੇ ਇਹ ਜੋ 12 ਮਹਾਨਾਮੇ ਬਾਣੀ ਹੈ ਨਾ ਮਾਂਝ ਰਾਗ ਵਿੱਚ, ਜਿਹੜੀ ਆਪਾਂ ਹਰ ਸੰਕਰਾਂਤ ਤੇ ਹੀ ਉਪਦੇਸ਼ ਗੁਰੂ ਘਰ ਦੇ ਵਜ਼ੀਰਾਂ ਪਾਸੋਂ ਸਰਵਣ ਕਰਦੇ ਆ, ਇਹ ਫਿਰ ਮਹਾਰਾਜ ਨੇ ਉਸ ਸਮੇਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰਵਾਰ ਥੜਾ ਸਾਹਿਬ ਤੇ ਸੁਭਾਏਮਾਨ ਸਨ, ਚਵਰ ਛਤਰ ਤਖਤ ਸਜਿਆ ਹੋਇਆ ਸੀ। ਉਸ ਥਾਂ ਤੇ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਇਹ ਬਾਣੀ ਦੀ ਦਾਤ ਬਖਸ਼ਿਸ਼ ਕੀਤੀ। ਆਓ ਹੁਣ ਆਪਾਂ ਇਸ ਬਾਣੀ ਦੀ ਵਿਆਖਿਆ ਕਰਦੇ ਹਾਂ। ਇਹ ਆਦਿ ਕਾਲ ਤੋਂ ਮਰਿਆਦਾ ਹੈ ਕਿ ਚੇਤ ਦੇ ਜਿਹੜਾ ਚੇਤ ਦਾ ਸ਼ਬਦ ਹੈ ਨਾ, ਚੇਤ ਗੋਵਿੰਦ ਆਰਾਧੀ ਹੈ ਹੋਵੇ ਆਨੰਦ ਘਣਾ, ਇਹਦੇ ਨਾਲ ਜਿਹੜਾ ਪਹਿਲਾ ਸ਼ਬਦ ਮੰਗਲਾ ਰੂਪ ਵਿੱਚ ਹੈ ਉਹ ਵੀ ਨਾਲ ਕਥਾ ਹੁੰਦੀ ਹੈ। ਤੋ ਆਓ ਉਸ ਮਰਿਆਦਾ ਨੂੰ ਸਤਿਗੁਰਾਂ ਜੀ ਦੇ ਹੁਕਮ ਨੂੰ ਸਤ ਕਰਕੇ ਜਾਣਦੇ ਹਾਂ। ਜਿਵੇਂ ਮਹਾਰਾਜ ਦੀ ਮਰਿਆਦਾ ਚੱਲੀ ਆਉਂਦੀ ਹੈ ਉਸ ਦੇ ਅਨੁਸਾਰ ਆਪਾਂ ਕਥਾ ਸਰਵਣ ਕਰੀਏ। ਸਮਾਂ ਭਾਵੇਂ ਕੋ ਆਪਣੇ ਕੋਲ ਬਹੁਤਾ ਨਹੀਂ, ਪਰ ਆਪ ਕਿਰਪਾ ਕਰੋ ਇਕਾਗਰਤਾ ਬਣਾ ਕੇ ਕਥਾ ਸਰਵਣ ਕਰਨ ਦਾ ਯਤਨ ਕਰੋ। ਕਥਾ ਆਰੰਭ ਕਰਨ ਤੋਂ ਪਹਿਲਾਂ ਸਾਰੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਹਿ ਮਹਾ ਮਾਂਝ ਮਹੱਲਾ ਪੰਜਵਾ ਘਰ ਚੌਥਾ। ਹੁਣ ਜਿਹੜਾ 12 ਹੈ ਨਾ, 12 ਸ਼ਬਦ ਵਰਤੇ ਹੈ ਉਹ ਗਿਣਤੀ ਦਾ ਵਾਚਕ ਹੈ। 12 ਤਾਂ ਪਤਾ ਹੀ ਹੈ ਨਾ ਤੁਹਾਨੂੰ ਵੀ 12 ਗਿਣਤੀ ਵਿੱਚ ਹੋ ਗਏ। ਮਾਹਾਂ ਤੋਂ ਭਾਵ ਹੈ ਮਹੀਨੇ। 12 ਮਹੀਨਿਆਂ ਦਾ ਮਾਂਝ ਰਾਗ ਦੇ ਵਿੱਚ ਮਹੱਲਾ ਪੰਜਵਾਂ। ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਮਹੱਲਾ ਕਹਿਣਾ ਹੈ, ਮਹਿਲਾ ਨਹੀਂ ਕਹਿਣਾ। ਗੁਰੂ ਸਾਹਿਬ ਜੀ ਪੁਰਖ ਰੂਪ ਨੇ, ਅਸੀਂ ਸਾਰੀਆਂ ਜੀਵ ਰੂਪ ਇਸਤਰੀਆਂ ਹਾਂ, ਇਸ ਕਰਕੇ ਸਵਰੂਪ ਪੰਜਵਾਂ ਮਹੱਲਾ ਪੰਜਵਾਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਤਿਨਾਂ ਨੇ ਘਰ ਚੌਥਾ। ਘਰ ਚੌਥੇ ਤੋਂ ਭਾਵ ਇਹ ਰਾਗੀ ਸਿੰਘਾਂ ਵਾਸਤੇ ਹੁੰਦਾ ਹੈ ਕਿ ਚੌਥੇ ਘਰ ਸੁਰ ਤਾਲ ਵਿੱਚ ਇਉਂ ਬਖਸ਼ਿਸ਼ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਆਮ ਆਪਾਂ ਅਰਥ ਪਤਾ ਕੀ ਕਰਦੇ ਆ ਕਿ ਭਾਈ ਪ੍ਰਮਾਤਮਾ ਇੱਕ ਹੈ ਤੇ ਉਹਦੀ ਕਿਰਪਾ ਨਾਲ ਮਿਲਦਾ ਹੈ। ਆਮ ਸਿੱਧੇ ਆਪਾਂ ਇਉਂ ਹੀ ਕਹਿੰਦੇ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀ, ਉਹਦੀ ਕਿਰਪਾ ਨਾਲ ਅਕਾਲ ਪੁਰਖ ਮਿਲਦਾ ਹੈ। ਉਹ ਵੀ ਠੀਕ ਹੈ, ਪਰ ਇਹ ਵੀ ਸਮਝਣ ਦਾ ਯਤਨ ਕਰਿਓ। ਇੱਕ ਤੋਂ ਭਾਵ ਹੈ ਅਦੁੱਤੀ ਬ੍ਰਹਮ ਸਵਰੂਪ। ਅਦੁੱਤੀ ਐੜਾ ਅਗੇਤਰ ਹੈ। ਦੁੱਤੀ ਤੋਂ ਭਾਵ ਜਿਸ ਦੇ ਵਰਗਾ ਦੂਜਾ ਨਾ ਕੋਈ ਹੋਵੇ। ਉਹ ਪ੍ਰਮਾਤਮਾ ਕੈਸਾ ਹੈ? ਐਸਾ ਹੈ ਜਿਸ ਦੇ ਵਰਗਾ ਹੋਰ ਦੂਜਾ ਕੋਈ ਨਹੀਂ। ਅਦੁੱਤੀ ਹੈ, ਉਹ ਇੱਕ ਹੈ, ਉਹਦੇ ਤੋਂ ਲੈਦਾ ਦੂਜਾ ਹੈ ਹੀ ਕੋਈ ਨਹੀਂ। ਅੱਗੇ ਹੈ ਓੰਕਾਰ। ਓੰਕਾਰ ਤੋਂ ਭਾਵ ਹੈ ਸਰਬ ਦਾ ਪ੍ਰਕਾਸ਼ਕ, ਇਸ ਸ੍ਰਿਸ਼ਟੀ ਦਾ ਕਰਤਾ ਧਰਤਾ, ਸੰਸਾਰ ਨੂੰ ਬਣਾਉਣ ਵਾਲਾ ਓੰਕਾਰ। ਅੱਗੇ ਆ ਗਿਆ ਜੀ ਸਤ। ਸਤ ਤੋਂ ਭਾਵ ਹੈ ਤ੍ਰੈ ਕਾਲ ਅਬਾਦ ਸਵਰੂਪ। ਤ੍ਰੈ ਕਾਲ, ਤ੍ਰੈ ਤੋਂ ਭਾਵ ਤਿੰਨ,
ਕਾਲ ਤੋਂ ਭਾਵ ਸਮਾਂ, ਭੂਤ ਕਾਲ, ਵਰਤਮਾਨ ਕਾਲ ਅਰ ਭਵਿੱਖਤ ਕਾਲ। ਤਿੰਨਾਂ ਸਮਿਆਂ ਤੋਂ ਆਜ਼ਾਦ ਰਹਿਣ ਵਾਲਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਮਨੁੱਖ ਸਮੇਂ ਦੇ ਵਿੱਚ ਆਉਂਦਾ ਹੈ ਤੇ ਸਮੇਂ ਵਿੱਚ ਚਲਿਆ ਜਾਂਦਾ। ਕਾਲ ਕੇ ਬਣਾਏ ਸਭ ਹੈ, ਕਾਲ ਹੀ ਚਬਾਹੇਂਗੇ। ਕਹਿੰਦੇ ਜਿਹੜਾ ਸਮੇਂ ਦੇ ਵਿੱਚ ਆਇਆ ਉਹਨੂੰ ਸਮੇਂ ਦੇ ਵਿੱਚ ਹੀ ਜਾਣਾ ਪਏਗਾ। ਪਰ ਇੱਕ ਅਕਾਲ ਪੁਰਖ ਵਾਹਿਗੁਰੂ ਐਸਾ ਹੈ ਜਿਹੜਾ ਤ੍ਰੈ ਕਾਲ ਆਬਾਦ ਸਰੂਪ ਹੈ, ਆਜ਼ਾਦ ਹੈ। ਉਹਨੂੰ ਕਿਸੇ ਦਾ ਡਰ ਭੈ ਨਹੀਂ, ਉਹ ਆਜ਼ਾਦ ਹਸਤੀ ਹੈ। ਤੇ ਅੱਗੇ ਹੈ ਗੁਰ। ਗੁਰ ਤੋਂ ਭਾਵ ਹੈ ਚੇਤਨ ਸਵਰੂਪ। ਚੇਤਨ, ਚੇਤਨ ਹੁੰਦਾ ਹੈ ਜਿਹਨੂੰ ਆਪਣਾ ਵੀ ਗਿਆਨ ਹੈ ਤੇ ਦੂਸਰੇ ਦਾ ਵੀ ਗਿਆਨ ਹੈ। ਹੁਣ ਸਾਨੂੰ ਥੋੜਾ ਹੈ, ਮੈਨੂੰ ਨਹੀਂ ਪਤਾ ਤੁਸੀਂ ਕੀ ਕਰਦੇ ਹੋ ਤੇ ਤੁਹਾਨੂੰ ਮੇਰੇ ਬਾਰੇ ਨਹੀਂ ਪਤਾ ਵੀ ਮੈਂ ਕੀ ਕਰਦਾ। ਉੱਦਾਂ ਬਸ ਇੰਨਾ ਕੀ ਪਤਾ ਵੀ ਕਥਾ ਕਰਦਾ ਹੈ, ਮੈਨੂੰ ਪਤਾ ਤੁਸੀਂ ਆਪ ਚੱਲ ਕੇ ਆਏ ਹੋ ਸਰਵਣ ਕਰਨ ਵਾਸਤੇ। ਹੁਣ ਅੱਗੇ ਪਿੱਛੇ ਆਪਾਂ ਕੀ ਕਰਦੇ ਆ ਕਿਸੇ ਨੂੰ ਕਿਸੇ ਬਾਰੇ ਕੋਈ ਨਹੀਂ ਪਤਾ। ਪਰ ਕਹਿੰਦੇ ਉਹ ਅਕਾਲ ਪੁਰਖ ਹੈ ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਸਭ ਦੀ ਜਾਣਦਾ, ਬੁਰਿਆਂ ਦੀ ਭਲਿਆਂ ਦੀ ਸਭ ਦੀ ਗਿਆਤ ਹੈ। ਇਸੇ ਕਰਕੇ ਉਹਨੂੰ ਚੇਤਨ ਸਵਰੂਪ ਕਿਹਾ ਜਾਂਦਾ। ਪ੍ਰਸਾਦ ਤੋਂ ਭਾਵ ਹੈ ਆਨੰਦ ਸਵਰੂਪ ਹੈ। ਨਾ ਸੁਖੀ ਹੈ, ਨਾ ਦੁਖੀ ਹੈ, ਨਾ ਖੁਸ਼ੀ ਹੈ, ਨਾ ਗਮੀ ਹੈ। ਇਹਨਾਂ ਤੋਂ ਉੱਪਰ ਹੈ, ਆਜ਼ਾਦ ਹੈ, ਆਨੰਦ ਸਵਰੂਪ ਹੈ। ਸਤ ਚਿੱਤ ਆਨੰਦ ਸਵਰੂਪ ਹੈ। ਹੁਣ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਅਕਾਲ ਪੁਰਖ ਵਾਹਿਗੁਰੂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲਹੁ ਰਾਮ। ਮਹਾਰਾਜ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜ ਗਏ ਆ। ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲਹੁ ਰਾਮ। ਆਪ ਕਿਰਪਾ ਕਰੋ, ਸਾਨੂੰ ਆਪਣੇ ਨਾਲ ਮੇਲ ਲੈਣਾ ਕਰੋ। ਹੁਣ ਕਰਮ ਕੀ ਹੈ? ਕਰਮਾਂ ਦੀ ਪਰਿਭਾਸ਼ਾ ਸੁਣਿਓ। ਆਮ ਵਿਦਵਾਨਾਂ ਨੇ 3 ਪ੍ਰਕਾਰ ਦੇ ਕਰਮ ਮੰਨੇ। ਇੱਕ ਹੈ ਜੀ ਸੰਚਿਤ ਕਰਮ, ਇੱਕ ਹੈ ਕੀਰੇਮਾਨ ਕਰਮ, ਇੱਕ ਨੇ ਪ੍ਰਾਲਬਧ ਕਰਮ। ਸੰਚਿਤ ਕਰਮ ਉਹ ਹੁੰਦੇ ਨੇ ਜਿਵੇਂ ਹੁਣ ਅੱਜ ਆਪਾਂ ਸਵੇਰੇ ਨਿਤਨੇਮ ਕੀਤਾ ਹੈ ਨਾ, ਨਿਤਨੇਮ ਕੀਤਾ ਹੈ ਅੰਮ੍ਰਿਤ ਵੇਲੇ, ਉਹ ਸਾਡਾ ਸੰਚਿਤ ਕਰਮ ਹੈ। ਭਾਵ ਜੁੜ ਗਿਆ, ਜਿਹੜਾ ਜਮਾ ਹੋ ਗਿਆ, ਉਹ ਹੈ ਸੰਚਿਤ ਕਰਮ। ਤੇ ਹੁਣ ਆਪਾਂ ਜਿਹੜਾ ਕਰ ਰਹੇ ਆ ਕੀਰੇਮਾਨ ਕਰਮ। ਇਹਨੂੰ ਕਹਿੰਦੇ ਨੇ ਜਿਹੜਾ ਹੋ ਰਿਹਾ ਹੈ, ਕਰ ਰਹੇ ਆ, ਉਹ ਹੈ ਕੀਰੇਮਾਨ ਕਰਮ। ਤੇ ਇੱਕ ਹੈ ਸਾਡੇ ਪ੍ਰਾਲਬਧ ਕਰਮ, ਭਾਵ ਪਿਛਲੇ ਜਨਮਾਂ ਦਾ ਜਿਹੜਾ ਹਿਸਾਬ ਕਿਤਾਬ ਹੈ, ਪਿਛਲੇ ਜਨਮਾਂ ਵਿੱਚ ਕੀਤੇ ਕਰਮ। ਤੇ ਇਸ ਤੋਂ ਇਲਾਵਾ 2 ਪ੍ਰਕਾਰ ਦੇ ਕਰਮ ਹੋਰ ਮੰਨੇ ਗਏ ਨੇ। ਇੱਕ ਹੈ ਵੇਹਤ ਕਰਮ, ਇੱਕ ਹੈ ਅਵੇਹਤ ਕਰਮ। ਅਗੇਤਰ ਐੜਾ ਲੱਗ ਗਿਆ ਅੱਗੇ, ਅਵੇਹਤ। ਇਸ ਪ੍ਰਕਾਰ ਕੇ ਜਿਹੜੇ ਵੇਹਤ ਕਰਮ ਨੇ ਉਹ ਹੁੰਦੇ ਨੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਬਾਣੀ ਦੇ ਅਨੁਸਾਰ, ਸਤਿਗੁਰਾਂ ਜੀ ਦੇ ਹੁਕਮ ਅਨੁਸਾਰ, ਮਰਿਆਦਾ ਅਨੁਸਾਰ ਕੀਤੇ ਕਰਮ, ਉਹ ਨੇ ਵੇਹਤ ਕਰਮ। ਇਹ ਵੀ ਅੱਗੋਂ 5 ਪ੍ਰਕਾਰ ਦੇ ਨੇ, ਜਿਵੇਂ ਨਿਤ ਕਰਮ, ਨਮਿਤ ਕਰਮ, ਸਾਕਾਮ ਕਰਮ, ਨਿਸ਼ਕਾਮ ਕਰਮ ਤੇ ਪ੍ਰਾਸ਼ਚਿਤ ਕਰਮ। ਨਿਤ ਕਰਮ ਉਹ ਹੈ ਜਿਹੜਾ ਆਪਾਂ ਰੋਜ਼ ਹੀ ਕਰਦੇ ਹਾਂ, ਜਿਵੇਂ ਪ੍ਰਸ਼ਾਦਾ ਰੋਜ਼ ਛਕਣਾ, ਨਿਤਨੇਮ ਰੋਜ਼ ਕਰਨਾ, ਇਹ ਨਿਤ ਦੇ ਕਰਮ। ਇੱਕ ਹੈ ਨਮਿਤ ਕਰਮ, ਜਿਵੇਂ ਹੁਣ ਆਪਾਂ ਸੰਕਰਾਂਤ ਦੇ ਨਮਿਤ, ਜਾਂ ਇਉਂ ਕਹਿ ਲਓ ਐਤਵਾਰ ਦੇ ਦਿਹਾੜੇ ਨੂੰ ਸਮਰਪਿਤ ਕਿਸੇ ਕਾਰਨ ਕਰਕੇ ਕੀਤਾ ਗਿਆ ਕਰਮ ਨਮਿਤ ਕਰਮ ਕਹਿਲਾਉਂਦਾ ਹੈ। ਜਿਵੇਂ ਜਨਮ ਹੋ ਗਿਆ ਕਿਸੇ ਦਾ, ਉਹਦੇ ਨਮਿਤ ਸਮਾਗਮ, ਕਿਸੇ ਦਾ ਭੋਗ ਹੈ ਉਹਦੇ ਨਮਿਤ ਸਮਾਗਮ, ਗੁਰਪੁਰਬ ਦੇ ਨਮਿਤ। ਭਾਵ ਕਹਿਣ ਦਾ ਵੀ ਜਿਹੜਾ ਕਿਸੇ ਕਾਰਨ ਕਰਕੇ ਕੀਤਾ ਜਾਵੇ, ਉਹ ਹੈ ਨਮਿਤ ਕਰਮ। ਅਗਾਂਹ ਹੈ ਫਿਰ ਸਾਕਾਮ ਕਰਮ, ਜਿਹੜਾ ਇੱਛਾ ਰੱਖ ਕੇ ਕਰਦਾ ਮਨੁੱਖ। ਕੋਈ ਇੱਛਾ ਰੱਖ ਲੈਣੀ ਕਿ ਮੈਨੂੰ ਆਹ ਪ੍ਰਾਪਤ ਹੋ ਜਾਵੇ, ਉਹਦੇ ਵਾਸਤੇ ਮੈਂ ਕਰਮ ਕਰ ਰਿਹਾ, ਸਾਕਾਮ ਕਰਮ। ਜਾਂ ਫਿਰ ਰੋਜੀ ਰੋਟੀ ਵਾਸਤੇ ਕੀਤਾ ਕਰਮ, ਸਾਕਾਮ ਕਰਮ। ਭਾਵ ਘਰ ਦਾ ਗੁਜ਼ਾਰਾ ਵੀ ਚੱਲਣਾ, ਉੱਦਾਂ ਵੀ ਆਨੰਦ ਰਹਿਣਾ।
ਕੰਮ ਕਰਨਾ, ਕਿਰਤ ਕਰਨੀ, 10 ਨੋਹਾਂ ਦੀ ਕਿਰਤ ਕਰਕੇ ਪੈਸਾ ਕਮਾਉਣਾ, ਸਾਕਾਮ ਕਰਮ। ਪਰ ਕੀ ਹੈ, ਸਾਕਾਮ ਕਰਮ ਦੁਆਰਾ ਜੇ ਬਹੁਤੀ ਇੱਛਾ ਰੱਖ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਨਾ, ਇਹਦੇ ਨਾਲ ਮਨ ਗੰਧਲਾ ਹੁੰਦਾ ਹੈ, ਬਹੁਤੀ ਇੱਛਾ ਰੱਖ ਕੇ, ਕਿਉਂਕਿ ਧਿਆਨ ਤਾਂ ਪਦਾਰਥਾਂ ਵਿੱਚ ਹੀ ਰਹਿੰਦਾ। ਇਸ ਕਰਕੇ ਅੱਗੋਂ ਮਹਾਰਾਜ ਨੇ ਕਿਹਾ ਜੇ ਕਰਮ ਕਰਨਾ ਹੈ ਤੇ ਨਿਸ਼ਕਾਮ ਕਰਮ। ਨਿਸ਼ਕਾਮ ਤੋਂ ਭਾਵ ਉਸ ਅਕਾਲ ਪੁਰਖ ਵਾਹਿਗੁਰੂ ਦੇ ਖੁਸ਼ੀ ਵਾਸਤੇ ਕੀਤਾ ਕਰਮ, ਉਹਦੀ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ ਕੀਤਾ ਕਰਮ ਨਿਸ਼ਕਾਮ ਕਰਮ ਹੈ। ਅੰਤ ਵਿੱਚ ਹੈ ਪ੍ਰਾਸ਼ਚਿਤ ਕਰਮ, ਕੀਤੇ ਹੋਏ ਗੁਨਾਹਾਂ ਨੂੰ ਬਖਸ਼ਾਉਣ ਵਾਸਤੇ ਕੀਤਾ ਕਰਮ। ਜਿਹੜੇ ਗੁਨਾਹ ਕੀਤੇ ਨੇ ਨਾ, ਉਹਨਾਂ ਨੂੰ ਬਖਸ਼ਾਉਣ ਵਾਸਤੇ ਕੀਤਾ ਕਰਮ ਹੈ ਪ੍ਰਾਸ਼ਚਿਤ ਕਰਮ। ਇਹ ਵਿਹਤ ਵੀ ਅੱਗੋਂ 5 ਪ੍ਰਕਾਰ ਦੇ ਹੋ ਗਏ। ਫਿਰ ਹੈ ਅਵਿਹਤ ਕਰਮ, ਭਾਵ ਧਾਰਮਿਕ ਗ੍ਰੰਥਾਂ ਦੇ ਬਿਲਕੁਲ ਹੀ ਵਿਪਰੀਤ ਚੱਲਣਾ, ਉਲਟ ਚੱਲਣਾ। ਜੋ ਧਾਰਮਿਕ ਗ੍ਰੰਥ ਕਹਿੰਦੇ ਨੇ ਉਹਨਾਂ ਤੋਂ ਪੁੱਠਾ ਹੀ ਚੱਲਣਾ, ਸਿੱਧਾ ਹੀ ਚੱਲਣਾ ਹੀ ਨਹੀਂ, ਉਹ ਹੈ ਅਵਿਹਤ ਕਰਮ। तो महाराज असी अवेहत कर्मा करके आप जियां तो विछड़ गए आ, कृपा करो किरत कर्म के विछुड़े, कीते हुए कर्मा करके विछड़ गए आ, कर कृपा मिल हो राम। ऐ राम अकाल पुरख वाहिगुरु जीओ सानू मेलना करो। 4 कुंट दह दिस भ्रमे, थक आए प्रभ की साम। महाराज 4 कुंटां विच फिरदे रहे आ। 10 दिशावां, 10 दिशावां किहड़ियां ने? पूरब, पच्छम, उत्तर, दखण, ये 4 हो गईयां, प्रमुख 4 ने। फिर कोने भी गिन लो, जिहड़े कोने ने ना, अगन कौण, वैब कौण, ईशान कौण, नैरत कौण, ये 4 कोने भी गिन लो, 8 बन गए। ते फिर कहिंदे 9वीं धरती ਤੇ 10ਵਾਂ ਆਕਾਸ਼। ਇਉਂ ਮਹਾਰਾਜ 4 ਕੁੰਟਾਂ ਵਿੱਚ 10 ਦਿਸ਼ਾਵਾਂ ਵਿੱਚ ਭਟਕਦੇ ਰਹੇ ਆ। ਹੁਣ ਥੱਕ ਹਾਰ ਕੇ ਪੜ੍ਹਦੇ ਆ, ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਸ ਤੁਹਾਰ। ਮਹਾਰਾਜ ਹੁਣ ਥੱਕ ਹਾਰ ਕੇ ਤੁਹਾਡੇ ਕੋਲ ਆ ਗਏ, ਆਓ ਪੜ੍ਹ ਲੈਨੇ ਨਾਲ। ਸਮਾਂ ਆਪਣੇ ਕੋਲ ਥੋੜ੍ਹਾ ਹੈ। ਸਤਿਕਾਰਯੋਗ ਜਥਾ ਸਾਡੇ ਪਾਸ ਪਹੁੰਚ ਹੈ। ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਬਲਵਿੰਦਰ ਸਿੰਘ ਜੀ ਖਾਲਸਾ ਸਾਡੇ ਪਾਸ ਪਹੁੰਚ ਚੁੱਕੇ ਨੇ, ਬਹੁਤ ਹੀ ਸਤਿਕਾਰਯੋਗ ਨੇ, ਜਿਨ੍ਹਾਂ ਨੇ ਆਪ ਜੀ ਨੂੰ ਢਾਡੀ ਵਾਰਾਂ ਦੁਆਰਾ ਵੀ ਨਿਹਾਲ ਕਰਨਾ ਹੈ। ਕੁਝ ਮਿੰਟਾਂ ਵਿੱਚ ਹੀ ਆਪਾਂ ਸਮਾਪਤੀ ਕਰ ਦੇਣੀ ਹੈ। ਤੋ ਆਓ ਸੰਗਤੀ ਪੜ੍ਹ ਕੇ ਆਪਾਂ ਜਰਾ ਆਨੰਦ ਲਈਏ ਥੋੜ੍ਹਾ ਜਿਹਾ। ਇਹਦੇ ਨਾਲ ਕੀ ਹੈ, ਮਨ ਹੋਰ ਜੁੜ ਜਾਂਦਾ। ਸਾਰੇ ਪੜ੍ਹਿਓ। सगल द्वार को छाड़ के, सगल द्वार को छाड़ के, पढ़ो जी। सगल द्वार को गह्यो तुहारो द्वार, सगल द्वार को छाड़ के, सगल द्वार को छाड़ के, गह्यो तुहारो। वाह वाह। बाहें गहे की लाज अस, बाहें गहे की लाज अस। वाह वाह। गोविंद दास तोहार, गोविंद दास तोहार। सगल द्वार को छाड़ के, सगल द्वार को छाड़ के। इस प्रकार महाराज असी भटकदे भटकदे तुहाडे दर ते आ पुजे हाँ। कृपा करो तेन दुदै ते बाहरी, किते ना आवे काम। कहीं जे ना जपिया ते जिवें हुण गां आदिक होवे जां मੱਝ आदिक, कहिंदे जे दुੱਧ ना देवे, ਧੇਨ ਗਊ ਨੂੰ ਕਹਿੰਦੇ ਨੇ। ਧੇਨ ਗਊ, ਧੇਨ ਦੁਧੈ ਤੇ ਬਾਹਰੀ। ਕਹਿੰਦੇ ਜੇ ਦੁੱਧ ਆਦਿਕ ਨਾ ਦੇਵੇ ਤੇ ਕਿਸੇ ਕੰਮ ਨਹੀਂ ਆਉਂਦੀ। ਅਵਾਰਾ ਛੱਡ ਦਿੰਦੇ ਨੇ ਲੋਕ ਵੀ ਇਹ ਕਿਸੇ ਕੰਮ ਦੀ ਨਹੀਂ। ਇਸ ਕਰਕੇ ਜੇ ਅਸੀਂ ਵੀ ਉਹਦਾ ਨਾਮ ਨਾ ਜਪਿਆ
ਤੇ ਕਿਸੇ ਕੰਮ ਨਹੀਂ ਆਉਣਾ। ਕਹਿੰਦੇ ਇਉਂ ਹੀ ਅਜਾਈ ਸਮਾਂ ਲੰਘ ਜਾਵੇਗਾ, ਜਲ ਬਿਨ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ। ਇਹ ਉਦਾਹਰਨਾਂ ਦੇ ਰਹੇ ਨੇ। ਜਿਵੇਂ ਕਹਿੰਦੇ ਖੇਤੀ ਬੀਜ ਲਈ ਕਿਸੇ ਨੇ ਕਣਕ ਦੀ, ਹੁਣ ਪਾਣੀ ਦਿੱਤਾ ਹੀ ਕੋਈ ਨਹੀਂ ਤੇ ਕੀ ਹੋ ਗਿਆ? ਜਲ ਬਿਨ ਸਾਖ ਕੁਮਲਾਵਤੀ, ਖੇਤੀ ਸੁੱਕ ਗਈ, ਸੁੱਕ ਸੜ ਗਈ, ਕੁਮਲਾ ਗਈ। ਤੇ ਕਹਿੰਦੇ ਕੀ ਹੋ ਗਿਆ? ਉਪਜਹਿ ਨਾਹੀ ਦਾਮ, ਦਮੜੇ ਰੁਪਈਆ ਪੈਦਾ ਨਹੀਂ ਹੋਣਾ। ਜੇ ਕਹਿੰਦੇ ਖੇਤੀ ਨੂੰ ਪਾਣੀ ਦੇਵਾਂਗੇ ਤੇ ਕੁਝ ਨਿਕਲੇਗਾ ਉਹਦੇ ਵਿੱਚੋਂ, ਪੈਸਾ ਧੇਲਾ ਹੱਥ ਆਉਣਾ। ਇਸੇ ਪ੍ਰਕਾਰ ਕਹਿੰਦੇ ਮਨ ਰੂਪ ਖੇਤੀ ਨੂੰ ਬਾਣੀ ਰੂਪ ਜਲ ਪਾਉਣਾ ਪੈਂਦਾ ਹੈ, ਫਿਰ ਇਹ ਮਨ ਜਿਹੜਾ ਖਿੜ ਜਾਂਦਾ ਹੈ। ਹਰ ਨਾਹੁ ਨ ਮਿਲੀਐ ਸਾਜਨੈ, ਕਤ ਪਾਈਐ ਬਿਸਰਾਮ। ਕਹਿੰਦੇ ਉਹ ਅਸਲੀ ਸਾਜਨ ਨਾਹ ਤੋਂ ਭਾਵ ਹੈ ਪਤੀ ਪਰਮੇਸ਼ਰ। ਜੇ ਨਾ ਮਿਲਿਆ, ਹਰ ਨਾਹੁ ਨ ਮਿਲੀਐ ਸਾਜਨੈ, ਕਤ ਪਾਈਐ ਬਿਸਰਾਮ। ਕਹਿੰਦੇ ਕਿੱਥੇ ਟਿਕਾ ਮਿਲੇਗਾ? ਦੁਨੀਆ ਹੀ ਠੋਕਰਾਂ ਖਾਂਦੀ ਫਿਰਦੀ ਹੈ, ਭਟਕਦੇ ਫਿਰਦੇ ਨੇ ਲੋਕ। ਕਹਿੰਦੇ ਕਿਤੇ ਟਿਕਾ ਨਹੀਂ ਮਿਲੇਗਾ, ਫਿਰ ਦਰ ਦਰ ਦੀਆਂ ਠੋਕਰਾਂ ਹੀ ਨੇ।